ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਗਮੀਤ ਸਿੰਘ ਦੇ ਭਰਾ ਬੋਲੇ ਕਿਸਾਨਾਂ ਦੇ ਹੱਕ ਦੇ ਵਿੱਚ। ਗੁਰਰਤਨ ਸਿੰਘ ਨੇ ਕਿਹਾ ਕਿ ਇਹ ਵੇਲਾ ਚੁੱਪ ਰਹਿਣ ਦਾ ਨਹੀਂ। ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਖਿਲਾਫ ਕੈਨੇਡਾ ਦੇ ਵਿੱਚ ਰੈਲੀ। 1 ਫਰਵਰੀ ਨੂੰ ਕੀਤਾ ਜਾਵੇਗਾ ਪ੍ਰਦਰਸ਼ਨ। ਕੈਨੇਡਾ ਦੇ ਵਿੱਚ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ। ਜਾਣੋ ਕਿੱਥੇ ਹੈ ਕੰਮ ਕਰਨ ਵਾਲਿਆਂ ਦੀ ਜ਼ਰੂਰਤ। ਅਲਬਰਟਾ ਤੋਂ ਰਾਹਤ ਦੀ ਖਬਰ। ਮੁੜ ਖੁੱਲਣਗੇ ਰੈਸਟੋਰੈਂਟ ਅਤੇ ਜਿਮ। ਮੋਡਰਨਾ ਟੀਕੇ ਦੀ ਡਿਲੀਵਰੀ ਹੋਵੇਗੀ ਲੇਟ। 20 ਤੋਂ 25% ਦੀ ਕੈਨੇਡਾ ਦੇ ਲਈ ਕਟੌਤੀ। ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਪਰ ਜੋ ਹਿੰਸਾ ਹੋਈ ਹੈ ਉਸ ਦੇ ਲਈ ਹੁਣ ਕੈਨੇਡਾ ਦੇ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ। ਦਰਅਸਲ 1 ਫਰਵਰੀ ਨੂੰ ਵੱਡੇ ਪੱਧਰ ਦੇ ਉੱਪਰ ਕਾਰ ਰੈਲੀ ਇੱਥੇ ਕੱਢੀ ਜਾਏਗੀ, ਜਿਸ ਦੀ ਸ਼ੁਰੂਆਤ ਵੈਂਕੂਵਰ ਤੋਂ ਹੋਏਗੀ। ਬ੍ਰਿਟਿਸ਼ ਕੋਲੰਬੀਆ ਪਾਰਲੀਮੈਂਟ ਦੇ ਬਾਹਰ ਜਾ ਕੇ ਪ੍ਰੋਟੈਸਟ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਜੋ ਰੈਲੀ ਹੈ ਉਹ ਫੈਰੀਜ਼ ਦੇ ਜ਼ਰੀਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਏਗੀ। ਇਸ ਨੂੰ ਨਾਮ ਜਿਹੜਾ ਹੈ ਉਹ ਵਿਕਟੋਰੀਆ ਚਲੋ ਦਾ ਦਿੱਤਾ ਗਿਆ ਹੈ। ਇੱਕ ਪਾਸੇ ਭਾਰਤ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਲਈ ਦਿੱਲੀ ਚਲੋ ਦਾ ਨਾਰਾ ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਵਿਕਟੋਰੀਆ ਚਲੋ ਦੀ ਆਵਾਜ਼ ਦਿੱਤੀ ਗਈ ਹੈ। ਲਗਾਤਾਰ ਕੈਨੇਡਾ ਦੇ ਵਿੱਚ ਕਿਸਾਨਾਂ ਦੇ ਲਈ ਪ੍ਰੋਟੈਸਟ ਕੀਤਾ ਜਾਂਦਾ ਹੈ, ਪਰ ਹਾਲ ਹੀ ਦੇ ਵਿੱਚ ਜੋ ਸਿੰਘੂ ਬਾਰਡਰ ਦੇ ਉੱਪਰ ਹਿੰਸਾ ਹੋਈ ਹੈ ਉਸ ਦੇ ਚੱਲਦਿਆਂ ਹੁਣ 1 ਫਰਵਰੀ ਨੂੰ ਕਾਰ ਰੈਲੀ ਕੱਢੀ ਜਾ ਰਹੀ ਹੈ। ਦੱਸੀਏ ਕਿ ਇਸ ਰੈਲੀ ਦੀ ਸ਼ੁਰੂਆਤ ਵੈਂਕੂਵਰ ਤੋਂ 11 ਵਜੇ ਸਵੇਰੇ ਹੋਵੇਗੀ, ਜਿਸ ਤੋਂ ਬਾਅਦ 2 ਵਜੇ ਬ੍ਰਿਟਿਸ਼ ਕੋਲੰਬੀਆ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਫੈਰੀਜ਼ ਦੇ ਜ਼ਰੀਏ ਵਿਕਟੋਰੀਆ ਜਾਣਗੇ। ਦੱਸਦੀਏ ਕਿ ਲਗਾਤਾਰ ਕਿਸਾਨਾਂ ਦੇ ਲਈ ਕੈਨੇਡਾ ਦੇ ਵਿੱਚ ਆਵਾਜ਼ ਚੁੱਕੀ ਜਾਂਦੀ ਹੈ, ਜਿੱਥੇ ਸਮੇਂ-ਸਮੇਂ ਦੇ ਉੱਪਰ ਕਾਰ ਟਰੱਕ ਰੈਲੀਆਂ ਕੱਢੀਆਂ ਜਾਂਦੀਆਂ ਨੇ, ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਕਿ ਭਾਰਤ ਦੇ ਕਿਸਾਨਾਂ ਨੂੰ ਸਪੋਰਟ ਕੀਤਾ ਜਾਵੇ ਅਤੇ ਭਾਰਤ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਜੋ ਖੇਤੀ ਨਾਲ ਸੰਬੰਧਿਤ 3 ਕਾਨੂੰਨ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਨਾਲ ਹੀ ਦੱਸ ਦਈਏ ਕਿ ਸਿੰਘੂ ਬਾਰਡਰ ਦੀ ਹਿੰਸਾ ਦੇ ਚੱਲਦਿਆਂ ਸਰੀ ਦੇ ਇੰਡੀਅਨ ਪਾਸਪੋਰਟ ਆਫਿਸ ਦੇ ਬਾਹਰ ਵੀ ਕੱਲ੍ਹ ਪ੍ਰਦਰਸ਼ਨ ਕੀਤਾ ਗਿਆ ਸੀ। ਇੱਕ ਪਾਸੇ ਭਾਰਤ ਦੇ ਵਿੱਚ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ ਕੈਨੇਡਾ ਦੀ ਧਰਤੀ ਤੋਂ ਲਗਾਤਾਰ ਇਹਨਾਂ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕਿਸਾਨਾਂ ਦੇ ਨਾਲ ਸਪੋਰਟ ਜ਼ਾਹਿਰ ਕੀਤਾ ਗਿਆ ਸੀ। ਉਹਨਾਂ ਨੇ ਵੀਡੀਓ ਸਾਂਝੀ ਕੀਤੀ ਸੀ। ਦੱਸ ਦਈਏ ਕਿ ਲਗਾਤਾਰ ਹੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਨਜ਼ਰ ਆ ਰਹੇ ਹਨ ਤੇ ਹੁਣ ਉਹਨਾਂ ਦੇ ਭਰਾ ਗੁਰਰਤਨ ਸਿੰਘ ਵੱਲੋਂ ਵੀ ਆਪਣੇ ਵਿਚਾਰ ਇਸ ਅੰਦੋਲਨ ਦੇ ਬਾਰੇ ਵਿੱਚ ਸਾਂਝੇ ਕੀਤੇ ਗਏ। ਦਰਅਸਲ ਜੋ ਦਿੱਲੀ ਦੇ ਵਿੱਚ ਹਿੰਸਾ ਹੋਈ ਹੈ ਇਸ ਦੇ ਬਾਰੇ ਉਹਨਾਂ ਵੱਲੋਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਗਿਆ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਤੋਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਹ ਵੇਲਾ ਚੁੱਪ ਰਹਿਣ ਦਾ ਨਹੀਂ ਹੈ, ਉਹ ਇਸ ਦੇ ਬਾਰੇ ਵਿੱਚ ਆਪਣਾ ਬਿਆਨ ਜ਼ਰੂਰ ਦੇਣ ਤੇ ਭਾਰਤ ਸਰਕਾਰ ਤੱਕ ਆਪਣੀ ਗੱਲ ਜ਼ਰੂਰ ਪਹੁੰਚਾਉਣ। ਦਿੱਲੀ ਦੇ ਵਿੱਚ ਜੋ ਪਿਛਲੇ ਦਿਨੀ ਹਿੰਸਾ ਹੋਈ ਹੈ, ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਇਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਹਨ। ਕੈਨੇਡਾ ਦੀ ਧਰਤੀ ਤੋਂ ਵੀ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ। ਹਾਲ ਹੀ ਦੇ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਹੋਈ ਹਿੰਸਾ ਦੇ ਉੱਪਰ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਸਪੋਰਟ ਕੀਤਾ। ਦੱਸ ਦਈਏ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਉਹਨਾਂ ਦੇ ਭਰਾ ਗੁਰਰਤਨ ਸਿੰਘ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਨਜ਼ਰ ਆ ਰਹੇ ਹਨ। ਇੱਕ ਵਾਰ ਫਿਰ ਤੋਂ ਗੁਰਰਤਨ ਸਿੰਘ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜਿੱਥੇ ਉਹਨਾਂ ਨੇ ਪ੍ਰੀਮੀਅਰ ਡਗ ਫੋਰਡ ਨੂੰ ਕਿਹਾ ਹੈ ਕਿ ਇਸ ਮੁੱਦੇ ਦੇ ਉੱਪਰ ਉਹ ਚੁੱਪ ਨਹੀਂ ਰਹਿਣ ਬਲਕਿ ਆਪਣਾ ਪੱਖ ਰੱਖਣ। ਉਹਨਾਂ ਕਿਹਾ ਕਿ ਓਨਟਾਰੀਓ ਨੂੰ ਇਸ ਦੇ ਵਾਸਤੇ ਸਟੈਂਡ ਲੈਣਾ ਚਾਹੀਦਾ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਗੁਰਰਤਨ ਸਿੰਘ ਦੇ ਵੱਲੋਂ ਕੀ ਕਿਹਾ ਗਿਆ ਤੇ ਪਿਛਲੇ ਦਿਨੀ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। I'm calling on the Premier of Ontario, Doug Ford, to finally break his silence and condemn the violence that peaceful farmers in India are facing right now at the hands of the Indian government. Over the past few days, we've seen terrible images coming out of India of farmers who are peacefully protesting the mass privatization of farming being beaten and brutalized by right-wing extremists and the police. Leaders across the world have condemned this violence, but the Premier of Ontario has remained silent despite the fact that Ontario does billions of dollars of trade with India every year. And that's why I need you to click the link in this video and add your name to our campaign calling on Doug Ford to immediately condemn this senseless violence and stand with the farmers in India. In India, we are witnessing the largest protest in history as farmers and workers peacefully protest the mass privatization of farming by the Indian government. These farmers have set up campsites around Delhi where they're not only protesting peacefully, but they're also serving those in need by providing free food and support. Now these peaceful farmers are coming under attack by the police and right-wing extremists. And that's why now, more than ever,
we in the international community must raise our voices and clearly say that we stand with farmers and we condemn this senseless violence. And more, we must send a clear message to the Indian government that the whole world is watching. They must end their aggression toward these farmers and treat them with the dignity and respect that they deserve. ਹਾਲ ਹੀ ਦੇ ਵਿੱਚ ਫਾਈਜ਼ਰ ਵੈਕਸੀਨ ਵੱਲੋਂ ਆਪਣੀ ਡਿਲੀਵਰੀ ਦੇ ਵਿੱਚ ਡਿਲੇ ਦੇ ਬਾਰੇ ਵਿੱਚ ਗੱਲ ਸਾਂਝੀ ਕੀਤੀ ਗਈ ਸੀ, ਪਰ ਹੁਣ ਮੋਡਰਨਾ ਵੀ ਇਸ ਵਿੱਚ ਕਟੌਤੀ ਕਰਨ ਜਾ ਰਿਹਾ ਹੈ। ਦਰਅਸਲ ਜੋ ਸ਼ਿਪਮੈਂਟ ਡੋਜ਼ਸ ਦੀ ਸ਼ਾਟਸ ਦੀ ਕੈਨੇਡਾ ਨੂੰ ਮਿਲਣੀ ਸੀ, ਉਹ ਹੁਣ 20 ਤੋਂ 25% ਘੱਟ ਮਿਲੇਗੀ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਹੁਣ ਕੈਨੇਡਾ ਨੂੰ ਮੋਡਰਨਾ ਵੈਕਸੀਨ ਦੀਆਂ ਘੱਟ ਡੋਜ਼ਸ ਮਿਲਣਗੀਆਂ। ਕੈਨੇਡਾ ਨੂੰ ਇੱਕ ਵਾਰ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ। ਅਗਲੇ ਮਹੀਨੇ ਮੋਡਰਨਾ ਆਪਣੀ ਵੈਕਸੀਨ ਸ਼ਿਪਮੈਂਟ ਨੂੰ ਡਿਲੇ ਕਰਨ ਜਾ ਰਿਹਾ ਹੈ। ਅਗਲੇ ਹਫਤੇ ਇਸ ਕੰਪਨੀ ਨੇ ਕੈਨੇਡਾ ਨੂੰ 2,30,000 ਸ਼ਾਟਸ ਭੇਜਣੇ ਸਨ ਅਤੇ 3 ਹਫ਼ਤਿਆਂ ਦੇ ਬਾਅਦ ਕੈਨੇਡਾ ਨੂੰ 2,49,600 ਸ਼ਾਟਸ ਮਿਲਣੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਫਰਵਰੀ ਮਹੀਨੇ 20 ਤੋਂ 25% ਘੱਟ ਵੈਕਸੀਨ ਕੈਨੇਡਾ ਨੂੰ ਭੇਜੀ ਜਾਵੇਗੀ। ਹੁਣ ਅਗਲੇ ਹਫ਼ਤੇ ਕੈਨੇਡਾ ਦੇ ਕੋਲ 1,80,000 ਡੋਜ਼ਸ ਹੀ ਆਉਣਗੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਾਈਜ਼ਰ ਵੱਲੋਂ ਵੀ ਆਪਣੀ ਡਿਲੀਵਰੀ ਨੂੰ ਡਿਲੇ ਕੀਤਾ ਗਿਆ ਸੀ ਤੇ ਹੁਣ ਮੋਡਰਨਾ ਵੈਕਸੀਨ ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। That there will be a delay affecting many countries, including Canada, for the next shipment of the Moderna vaccine, which arrives next week. We will receive 78% of the expected amount, translating to 180,000 doses. I want to be clear. We will always share the most accurate information we have, but in the short term, those numbers can fluctuate. But as global production continues to pick up, there will be more stability in the system. And most importantly, this temporary delay doesn't change the fact that we will still receive 2 million doses of the Moderna vaccine as planned before the end of March, as we've been saying for months. On vaccines, I had another call with the global CEO of Pfizer, Dr. Albert Bourla, who confirmed yet again that we are still on track to receive 4 million doses of their vaccine before the end of March. We also talked about Canada receiving more doses ahead of schedule starting in the spring. We'll have more details to share on that next week. Production lines around the globe are adapting to high demand from every country. We are focused day in and day out on getting a vaccine to every Canadian who wants one by the end of September, and we are very much on track to do just that. ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕੋਵਿਡ-19 ਦੇ ਕਰਕੇ ਪਾਬੰਦੀਆਂ ਲਗਾਈਆਂ ਗਈਆਂ, ਪਰ ਹੁਣ ਚੰਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਫੀ ਗਿਰਾਵਟ ਇਹਨਾਂ ਮਾਮਲਿਆਂ ਦੇ ਵਿੱਚ ਦੇਖੀ ਜਾ ਰਹੀ ਹੈ। ਅਲਬਰਟਾ ਦੇ ਵਿੱਚ ਹੁਣ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਪ੍ਰੀਮੀਅਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ, ਜਿੱਥੇ ਰੈਸਟੋਰੈਂਟ ਅਤੇ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜੋ ਅਗਲੇ ਹਫ਼ਤੇ ਤੋਂ ਖੁੱਲ੍ਹਣਗੇ। ਕੈਨੇਡਾ ਦੇ ਵਿੱਚ ਕੋਵਿਡ-19 ਦੀ ਸਥਿਤੀ ਨੂੰ ਸੁਧਾਰਨ ਦੇ ਵਾਸਤੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ। ਹਾਲਾਤ ਕਾਬੂ 'ਚ ਨਹੀਂ ਆਏ, ਉਸ ਤੋਂ ਬਾਅਦ ਹੋਰ ਸਖਤ ਪਾਬੰਦੀਆਂ ਕੀਤੀਆਂ ਗਈਆਂ। ਪਰ ਹੁਣ ਐਡਮਿੰਟਨ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਾਬੰਦੀਆਂ ਵਿੱਚ ਹਲਕੀ ਢਿੱਲ ਮਿਲੇਗੀ। ਜੀ ਹਾਂ, ਐਡਮਿੰਟਨ ਦੇ ਵਿੱਚ 8 ਫਰਵਰੀ ਤੋਂ ਕਰੋਨਾ ਪਾਬੰਦੀਆਂ ਦੇ ਵਿੱਚ ਢਿੱਲ ਮਿਲੇਗੀ। ਇੱਥੇ ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਹੁਣ ਇੱਥੇ ਰੈਸਟੋਰੈਂਟ, ਜਿਮ ਅਤੇ ਬੱਚਿਆਂ ਦੀਆਂ ਐਕਟੀਵਿਟੀਜ਼ ਵਾਲੇ ਕੰਮਾਂ ਦੇ ਉੱਪਰ ਲੱਗੀਆਂ ਕੁਝ ਪਾਬੰਦੀਆਂ ਨੂੰ ਹਟਾਇਆ ਜਾਵੇਗਾ। ਸੂਬੇ ਦੇ ਪ੍ਰੀਮੀਅਰ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿੱਥੇ ਉਹਨਾਂ ਕਿਹਾ ਕਿ ਹੁਣ ਸੂਬੇ ਦੇ ਹਸਪੀਟਲਸ ਦੇ ਵਿੱਚ ਭਰਤੀ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੈ, ਜਾਣੀ ਕਿ ਇਸ ਵਿੱਚ ਗਿਰਾਵਟ ਦੇਖੀ ਗਈ ਹੈ। ਸੂਬੇ ਦੇ ਵਿੱਚ 8 ਫਰਵਰੀ ਤੋਂ ਲੋਕਾਂ ਨੂੰ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਹਸਪੀਟਲ ਦੇ ਵਿੱਚ 600 ਮਰੀਜ਼ ਭਰਤੀ ਹਨ। ਜੇਕਰ ਇਹਨਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਉਂਦੀ ਹੈ ਤਾਂ ਇਹ ਗਿਣਤੀ 450 ਤੋਂ ਘੱਟ ਹੁੰਦੀ ਹੈ ਅਤੇ ਸੂਬੇ ਦੇ ਵਿੱਚ ਕਰੋਨਾ ਕਾਰਨ ਲੱਗੀਆਂ ਹੋਰ ਪਾਬੰਦੀਆਂ ਦੇ ਵਿੱਚ ਢਿੱਲ ਮਿਲ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਪ੍ਰੋਵਿੰਸ ਦੇ ਵਿੱਚ ਰਿਟੇਲ ਵਪਾਰ, ਹੋਟਲ, ਬੈਂਕੁਏਟ ਹਾਲ ਅਤੇ ਕਾਨਫਰੰਸ ਸੈਂਟਰਾਂ ਤੇ ਲੱਗੀਆਂ ਪਾਬੰਦੀਆਂ ਨੂੰ ਵੀ ਹਟਾਇਆ ਜਾ ਸਕਦਾ ਹੈ ਜਾਂ ਫਿਰ ਇਸ ਦੇ ਵਿੱਚ ਢਿੱਲ ਮਿਲ ਜਾਵੇਗੀ। We're not yet at a point where we can fully ease restrictions. There are many factors at play and our numbers do remain high. At the same time, we recognize the damaging impact that many restrictions have on people's lives,
They cause financial stress that often turns into mental and emotional health problems. That's why Alberta's government has always regarded restrictions as a last and limited policy choice. And that's why we've never imposed a lockdown in our province. Other jurisdictions in Canada and around the world have imposed, including right now, stay-at-home orders, curfews, kept schools closed, and suspended most businesses from operating. None of those things have happened here or in Alberta, in part because we know that our economy has been hit harder than elsewhere, and we were already experiencing a pre-COVID mental health crisis in our province. We also have to maintain broad public support for and compliance with public health guidelines and restrictions. So in trying to strike this balance, it is important that we show Albertans that there is a path forward, that if we continue to do collectively the right things, bending that curve down further and further reducing pressure on our hospitals, that we can gradually relax public health restrictions. But this must be done carefully, slowly, and in a way that is driven not by opinions, but by data. And that is what I want to focus on now. Alberta's path forward will be a stepped approach to easing restrictions based on hospitalization benchmarks. Total hospitalizations, both for ICU and general acute care, is the key metric that will guide how and when we ease public health measures. We chose hospitalizations because it's a clear indicator of healthcare capacity. It's also a lagging indicator, which means it gives us a better idea of how relaxations affect the healthcare system. 2020 ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਨੌਕਰੀ ਚਲੀ ਗਈ। ਬਹੁਤ ਸਾਰੇ ਲੋਕ ਆਪਣੇ ਘਰ ਤੋਂ ਹੀ ਕੰਮ ਕਰਨ ਲੱਗੇ। ਜਿੱਥੇ ਦਫ਼ਤਰਾਂ ਦੇ ਵਿੱਚ ਜਾਣਾ ਜ਼ਰੂਰੀ ਸੀ, ਉੱਥੇ ਮਾਸਕ ਅਤੇ ਫਿਜ਼ੀਕਲ ਡਿਸਟੈਂਸਿੰਗ ਨੂੰ ਲਾਜ਼ਮੀ ਕੀਤਾ ਗਿਆ। ਹੁਣ ਉਮੀਦ ਦੇ ਨਾਲ ਦੇਖਿਆ ਜਾ ਰਿਹਾ ਹੈ 2021 ਨੂੰ, ਜਿੱਥੇ ਅਜਿਹੇ 10 ਕੰਮ ਹਨ, ਆਕੂਪੇਸ਼ਨ ਹਨ ਕੈਨੇਡਾ ਦੇ ਵਿੱਚ, ਜਿਨ੍ਹਾਂ ਦੇ ਲਈ ਇੰਪਲੋਇਰਸ ਦੀ ਜਾਣੀ ਕਿ ਕੰਮ ਕਰਨ ਵਾਲਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿੱਥੇ ਹੁਣ ਰੋਜ਼ਗਾਰ ਦਾ ਕਿਹੜੇ ਸੈਕਟਰ ਦੇ ਵਿੱਚ ਕੈਨੇਡਾ ਅੰਦਰ ਸੁਨਹਿਰੀ ਮੌਕਾ ਹੈ। ਕੈਨੇਡਾ ਦੀ ਆਰਥਿਕਤਾ ਹੁਣ ਕੋਵਿਡ-19 ਪੈਂਡੈਮਿਕ ਤੋਂ ਉੱਭਰ ਰਹੀ ਹੈ। ਪਾਬੰਦੀਆਂ, ਲਾਕਡਾਊਨ ਅਤੇ ਕਰਫਿਊ ਹੌਲੀ-ਹੌਲੀ ਘੱਟ ਕੀਤੇ ਜਾ ਰਹੇ ਨੇ। ਇਸ ਵਾਇਰਸ ਦੇ ਫੈਲਾਅ ਦੇ ਨਾਲ ਕੰਮਕਾਜ ਕਰਨ ਵਾਲਿਆਂ ਦਾ ਤਰੀਕਾ ਵੀ ਕਾਫੀ ਬਦਲਿਆ। ਲੋਕਾਂ ਨੇ ਘਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਕੰਮ ਤੇ ਆਉਣ ਦੀ ਜ਼ਰੂਰਤ ਸੀ, ਉੱਥੇ ਮਾਸਕ ਅਤੇ ਫਿਜ਼ੀਕਲ ਡਿਸਟੈਂਸਿੰਗ ਲਾਜ਼ਮੀ ਕੀਤੇ ਗਏ। ਇਸ ਵਾਇਰਸ ਦੇ ਕਾਰਨ ਬਹੁਤ ਲੋਕ ਆਪਣੀਆਂ ਨੌਕਰੀਆਂ ਗਵਾ ਬੈਠੇ, ਪਰ ਹੁਣ ਵੇਲਾ ਆ ਗਿਆ ਹੈ ਅੱਗੇ ਵਧਣ ਦਾ। ਹੁਣ ਖਬਰ ਸਾਹਮਣੇ ਆ ਰਹੀ ਹੈ ਰੋਜ਼ਗਾਰ ਦੇ ਨਾਲ ਜੁੜੀ, ਕਿਉਂਕਿ ਕੈਨੇਡੀਅਨ ਇੰਪਲੋਇਰਸ ਦੁਆਰਾ ਇੰਪਲੋਈਜ਼ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਰੈਂਡਸਟੈਂਡ ਕੈਨੇਡਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਹਨ 2021 ਦੀਆਂ ਟੌਪ ਜੌਬਸ, ਜਿਨ੍ਹਾਂ ਦੀ 2021 ਦੇ ਵਿੱਚ ਕਾਫੀ ਮੰਗ ਹੈ। ਕਸਟਮਰ ਸਰਵਿਸਿਜ਼ ਰਿਪਰੈਜ਼ੈਂਟੇਟਿਵ, ਪੈਂਡੈਮਿਕ ਤੋਂ ਬਾਅਦ ਇਸ ਦੀ ਬਹੁਤ ਡਿਮਾਂਡ ਹੈ। ਇਸ ਦੇ ਵਿੱਚ ਕਸਟਮਰ ਦੇ ਨਾਲ ਡੀਲ ਕੀਤਾ ਜਾਂਦਾ ਹੈ ਜੋ ਇਮੋਸ਼ਨਲੀ ਡਿਸਟਰੈਸਡ ਹੁੰਦੇ ਹਨ। ਡਰਾਈਵਰ, ਕੋਈ ਵੀ ਡਰਾਈਵਰ ਜੋ ਟਰੱਕ ਚਲਾਵੇਗਾ ਜਾਂ ਫਿਰ ਮੈਡੀਕਲ ਸਪਲਾਈਜ਼ ਨੂੰ ਡਿਲੀਵਰ ਕਰੇਗਾ, ਹਰ ਤਰੀਕੇ ਦੇ ਡਰਾਈਵਰ ਦੀ ਨੌਕਰੀ ਦੀ ਕਾਫੀ ਡਿਮਾਂਡ ਹੈ। ਰਜਿਸਟਰਡ ਨਰਸ, ਕੈਨੇਡਾ ਨੂੰ 2022 ਤੱਕ 60,000 ਨਰਸ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਜਨਰਲ ਲੇਬਰ, ਇਲੈਕਟ੍ਰੀਕਲ ਇੰਜੀਨੀਅਰ, ਸੌਫਟਵੇਅਰ ਡਿਵੈਲਪਰ, ਅਕਾਊਂਟੈਂਟ, HR ਮੈਨੇਜਰ, ਫਾਈਨੈਂਸ਼ੀਅਲ ਐਡਵਾਈਜ਼ਰ, ਟੈਕ ਸੈਕਟਰ ਦੇ ਵਿੱਚ ਨੌਕਰੀਆਂ ਦੀ ਕਾਫੀ ਜ਼ਿਆਦਾ ਮੰਗ ਹੈ। ਇਹ ਸਾਰੀਆਂ ਉਹ ਨੌਕਰੀਆਂ ਹਨ ਜਿਨ੍ਹਾਂ ਦੇ ਵਾਸਤੇ ਇੰਪਲੋਈਜ਼ ਨੂੰ 2021 ਦੇ ਵਿੱਚ ਹਾਇਰ ਕੀਤਾ ਜਾਵੇਗਾ। ਕੈਨੇਡਾ ਦੇ ਕਿਸ ਪ੍ਰੋਵਿੰਸ ਤੋਂ ਅੱਜ ਕਿੰਨੇ ਕੋਵਿਡ-19 ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਹਨ, ਇਹ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੇਸਿਸ ਓਵਰਵਿਊ, ਜਾਣੀ ਕਿ ਮੌਜੂਦਾ ਸਥਿਤੀ ਕੀ ਹੈ ਕੈਨੇਡਾ ਦੇ ਵਿੱਚ ਕੋਵਿਡ-19 ਦੀ। 24 ਘੰਟੇ ਦੌਰਾਨ ਓਨਟਾਰੀਓ ਤੋਂ 2063 ਮਾਮਲੇ ਸਾਹਮਣੇ ਆਏ ਹਨ। ਨਾਲ ਹੀ 73 ਲੋਕਾਂ ਦੀ ਜਾਨ ਵੀ ਇਸ ਵਾਇਰਸ ਦੇ ਕਾਰਨ ਗਈ ਹੈ। ਅੱਜ ਦੇ ਮਾਮਲਿਆਂ ਤੋਂ ਬਾਅਦ ਹੁਣ ਤੱਕ ਇਸ ਪ੍ਰੋਵਿੰਸ ਦੇ ਵਿੱਚ 2,66,363 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਟੋਰਾਂਟੋ ਤੋਂ 713, ਪੀਲ ਰੀਜਨ ਤੋਂ 369, ਯਾਰਕ ਰੀਜਨ ਤੋਂ 178 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਹੁਣ ਤੱਕ ਇੱਥੇ 2,40,494 ਦੇ ਕਰੀਬ ਰਿਕਵਰਡ ਕੇਸ ਹਨ।
ਤੇ ਹੁਣ ਤੱਕ ਇੱਥੇ 6145 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1273 ਹੈ, ਜਿਨ੍ਹਾਂ ਵਿੱਚੋਂ 353 ਇੰਟੈਂਸਿਵ ਕੇਅਰ ਅਧੀਨ ਹਨ ਅਤੇ 216 ਵੈਂਟੀਲੇਟਰ ਦੇ ਉੱਪਰ ਨੇ। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਵੱਲੋਂ ਓਨਟਾਰੀਓ ਆਉਣ ਵਾਲੇ ਹਰ ਯਾਤਰੀ ਦੇ ਲਈ 에ਅਰਪੋਰਟ ਦੇ ਉੱਪਰ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਮੈਨੀਟੋਬਾ ਦੇ ਵਿੱਚ 166 ਕਰੋਨਾ ਇਨਫੈਕਸ਼ਨ ਮਾਮਲੇ ਪਾਏ ਗਏ ਅਤੇ 2 ਮੌਤਾਂ ਵੀ ਇਸ ਵਾਇਰਸ ਦੇ ਕਾਰਨ ਇੱਥੇ ਦਰਜ ਕੀਤੀਆਂ ਗਈਆਂ। ਹਸਪਤਾਲ ਦੇ ਵਿੱਚ ਇਸ ਸਮੇਂ ਗਿਣਤੀ 275 ਮਰੀਜ਼ਾਂ ਦੀ ਹੈ, ਜਿਨ੍ਹਾਂ ਵਿੱਚੋਂ 39 ਇੰਟੈਂਸਿਵ ਕੇਅਰ ਅਧੀਨ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 7,74,000 ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 19,923 ਦੇ ਕਰੀਬ ਲੋਕਾਂ ਦੀ ਇੱਥੇ ਹੁਣ ਤੱਕ ਵਾਇਰਸ ਦੇ ਕਾਰਨ ਜਾਨ ਗਈ ਹੈ। 7 ਲੱਖ ਦੇ ਕਰੀਬ ਉਹ ਮਰੀਜ਼ ਹਨ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ, ਜਾਣੀ ਕਿ ਰਿਕਵਰਡ ਕੇਸ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਕਾਫੀ ਜ਼ਿਆਦਾ ਪ੍ਰਭਾਵ ਅਜੇ ਵੀ ਦੇਖਿਆ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਬਹੁਤ ਸਾਰੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ, ਪਰ ਹੁਣ ਦੱਖਣੀ ਅਫਰੀਕਾ ਦੇ ਵਿੱਚ ਜੋ ਕੋਵਿਡ-19 ਦਾ ਨਵਾਂ ਵੇਰੀਐਂਟ ਮਿਲਿਆ, ਉਸ ਦੇ ਨਾਲ ਸੰਬੰਧਿਤ 2 ਮਾਮਲੇ ਅਮਰੀਕਾ ਦੇ ਵਿੱਚ ਰਿਕਾਰਡ ਹੋਏ ਹਨ। 2 ਵਿਅਕਤੀ ਇਸ ਦੀ ਲਪੇਟ ਵਿੱਚ ਆਏ ਹਨ। ਦੱਸ ਦਈਏ ਕਿ ਇਹਨਾਂ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ। ਇੱਕ ਪਾਸੇ ਕਰੋਨਾ ਵਾਇਰਸ ਦੀ ਚਿੰਤਾ ਤੇ ਦੂਜੇ ਪਾਸੇ ਕਰੋਨਾ ਵਾਇਰਸ ਦੇ ਮਿਲੇ ਨਵੇਂ ਵੇਰੀਐਂਟ ਦੀ ਚਿੰਤਾ। ਦੱਖਣੀ ਅਫਰੀਕਾ ਦੇ ਵਿੱਚ ਵੀ ਕੋਵਿਡ-19 ਦੇ ਨਾਲ ਸੰਬੰਧਿਤ ਨਵੇਂ ਵੇਰੀਐਂਟ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਹੁਣ ਇਸ ਵਾਇਰਸ ਦਾ ਮਾਮਲਾ, ਜਾਣੀ ਕਿ ਕੋਵਿਡ-19 ਦੇ ਇਸ ਨਵੇਂ ਰੂਪ ਦਾ ਮਾਮਲਾ ਅਮਰੀਕਾ ਦੇ ਵਿੱਚ ਵੀ ਸਾਹਮਣੇ ਆਇਆ ਹੈ। ਬ੍ਰਿਟੇਨ ਦੇ ਵਿੱਚ ਵੀ ਕੋਵਿਡ-19 ਦਾ ਇੱਕ ਨਵਾਂ ਵੇਰੀਐਂਟ ਪਾਇਆ ਗਿਆ ਸੀ, ਜਿਸ ਦੇ ਬਾਰੇ ਇਹ ਜਾਣਕਾਰੀ ਸਾਂਝੀ ਕੀਤੀ ਗਈ। ਇਹ 70% ਤੇਜ਼ੀ ਦੇ ਨਾਲ ਫੈਲਦਾ ਹੈ। ਇਸ ਵਾਇਰਸ ਤੋਂ ਬਾਅਦ ਦੱਖਣੀ ਅਫਰੀਕਾ ਦਾ ਜੋ ਕੋਰੋਨਾ ਵੇਰੀਐਂਟ ਹੈ, ਉਹ ਵੀ ਅਮਰੀਕਾ ਦੇ ਵਿੱਚ ਪਾਇਆ ਗਿਆ ਹੈ। ਇਹ ਮਾਮਲਾ ਦੱਖਣੀ ਕੈਰੋਲੀਨਾ ਤੋਂ ਸਾਹਮਣੇ ਆਇਆ। ਇੱਥੋਂ ਦੇ 2 ਵਿਅਕਤੀ ਇਸ ਦੀ ਲਪੇਟ ਦੇ ਵਿੱਚ ਆਏ ਹਨ, ਪਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹਨਾਂ ਦੋਹਾਂ ਦੀ ਕੋਈ ਵੀ ਟਰੈਵਲ ਹਿਸਟਰੀ ਨਹੀਂ ਹੈ। ਇਹਨਾਂ ਚੋਂ ਇੱਕ ਵਿਅਕਤੀ ਲੋ ਕਾਉਂਟੀ ਦੇ ਨਾਲ ਸੰਬੰਧਿਤ ਹੈ ਤੇ ਦੂਜਾ ਪੀਡੀ ਖੇਤਰ ਦਾ ਰਹਿਣ ਵਾਲਾ ਹੈ। ਦੱਖਣੀ ਕੈਰੋਲੀਨਾ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜੋ ਨਵਾਂ ਦੱਖਣੀ ਅਫਰੀਕਾ ਦਾ ਵੇਰੀਐਂਟ ਹੈ, ਇਸ ਵਾਇਰਸ ਦੀ 30 ਤੋਂ ਵੀ ਜ਼ਿਆਦਾ ਦੇਸ਼ਾਂ ਦੇ ਵਿੱਚ ਪਹਿਚਾਣ ਕੀਤੀ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ ਟੀਕਾ ਮਾਹਿਰ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਮੌਜੂਦਾ ਟੀਕੇ ਵਾਇਰਸ ਦੇ ਇਸ ਰੂਪ ਤੋਂ ਬਚਾਉਣ ਦੇ ਲਈ ਕੰਮ ਕਰਦੇ ਹਨ, ਪਰ ਉਹਨਾਂ ਦੀ ਪ੍ਰਭਾਵਸ਼ੀਲਤਾ, ਜਾਣੀ ਕਿ ਐਫੀਸ਼ੀਐਂਸੀ ਪ੍ਰਤੀ ਘੱਟ ਅੰਦਾਜ਼ਾ ਹੈ। ਇਸ ਤੋਂ ਇਲਾਵਾ ਸਿਹਤ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਇਸ ਦੱਖਣੀ ਅਫਰੀਕੀ ਵਾਇਰਸ ਦੇ ਰੂਪ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਟੀਕਾ ਵਿਗਿਆਨੀ ਖਾਸ ਤੌਰ ਦੇ ਉੱਪਰ ਅਜਿਹੇ ਟੀਕਿਆਂ ਉੱਪਰ ਕੰਮ ਕਰਦੇ ਹਨ ਜੋ ਵਿਸ਼ੇਸ਼ ਤੌਰ ਤੇ ਦੱਖਣੀ ਅਫਰੀਕਾ ਦੇ ਇਸ ਰੂਪ ਨੂੰ ਨਿਸ਼ਾਨਾ ਬਣਾਉਣਗੇ। ਜਿੱਥੇ ਇੱਕ ਪਾਸੇ ਲਗਾਤਾਰ ਵਧਦੇ ਕੋਵਿਡ ਦੇ ਮਾਮਲੇ ਅਮਰੀਕਾ ਦੇ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਮੌਤਾਂ ਦਾ ਅੰਕੜਾ ਵੀ ਬਾਕੀ ਸਾਰੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ। ਉਧਰ ਫ੍ਰਿਜ਼ਨੋ ਤੋਂ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪਿਛਲੇ ਮਹੀਨਿਆਂ ਦੇ ਮੁਕਾਬਲੇ ਫ੍ਰਿਜ਼ਨੋ ਦੇ ਵਿੱਚ ਕਰੋਨਾ ਮਾਮਲਿਆਂ 'ਚ ਗਿਰਾਵਟ ਦੇਖੀ ਗਈ ਹੈ। ਅਮਰੀਕਾ ਕੋਵਿਡ-19 ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਜਿਹੇ 'ਚ ਇਹ ਵੀ ਦੇਖਿਆ ਗਿਆ ਹੈ ਕਿ ਮੌਤਾਂ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਜੋ ਹਾਲ ਅਮਰੀਕਾ ਦੇ ਵਿੱਚ ਹੈ, ਹੋਰ ਉਹ ਕਿਸੇ ਵੀ ਦੇਸ਼ ਦੇ ਵਿੱਚ ਕਰੋਨਾ ਦੇ ਕਾਰਨ ਨਹੀਂ ਹੋਇਆ। ਪਰ ਇੱਕ ਚੰਗੀ ਖਬਰ ਵੀ ਸਾਹਮਣੇ ਆਈ ਹੈ। ਇਹ ਖਬਰ ਫ੍ਰਿਜ਼ਨੋ ਕਾਉਂਟੀ ਤੋਂ ਸਾਹਮਣੇ ਆਈ, ਜਿੱਥੇ ਕਰੋਨਾ ਦੇ ਨਵੇਂ ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਕੈਲੀਫੋਰਨੀਆ ਦੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਹੁਣ ਕੋਵਿਡ-19 ਦੇ ਘੱਟ ਕੇਸ ਸਾਹਮਣੇ ਆ ਰਹੇ ਹਨ। ਇਸ ਸੰਬੰਧੀ ਸਿਹਤ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਰੋਜ਼ਾਨਾ ਦੇ ਵੱਧਦੇ ਨਵੇਂ ਕਰੋਨਾ ਮਾਮਲਿਆਂ ਦੀ ਔਸਤਨ ਗਿਣਤੀ ਪਿਛਲੇ 2 ਹਫ਼ਤਿਆਂ ਦੇ ਦੌਰਾਨ ਅੱਧੀ ਰਹਿ ਗਈ ਹੈ, ਜੋ ਕਿ ਕਰੋਨਾ ਵਾਇਰਸ ਦੀ ਸਥਿਤੀ ਦੇ ਵਿੱਚ ਸੁਧਾਰ ਦਾ ਸੰਕੇਤ ਹੈ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਪਿਛਲੇ 7 ਦਿਨਾਂ ਦੇ ਵਿੱਚ ਹਰ ਰੋਜ਼ ਤਕਰੀਬਨ 470 ਨਵੇਂ ਮਾਮਲੇ ਦਰਜ ਹੋ ਰਹੇ ਸਨ। ਇਸ ਤੋਂ ਇਲਾਵਾ 14 ਜਨਵਰੀ ਨੂੰ ਪਹਿਲੇ 7 ਦਿਨਾਂ ਦੇ ਵਿੱਚ 982 ਦੇ ਕਰੀਬ ਮਾਮਲੇ ਸਨ। ਇਸ ਮਹੀਨੇ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਤਕਰੀਬਨ 21,500 ਤੋਂ ਵੱਧ ਕਰੋਨਾ ਮਾਮਲੇ ਦਰਜ ਹੋਏ। ਫ੍ਰਿਜ਼ਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਅਨੁਸਾਰ ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਵਿੱਚ ਸੁਧਾਰ ਕਰਨ ਦੇ ਲਈ ਜੋ ਬਾਈਡਨ ਵੱਲੋਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਹਾਲ ਹੀ ਦੇ ਵਿੱਚ ਉਹਨਾਂ ਵੱਲੋਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ, ਜਿੱਥੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਹੁਣ ਜ਼ਿਆਦਾ ਧਿਆਨ ਇਸ ਦੇ ਉੱਪਰ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅਮਰੀਕਨਜ਼ ਨੂੰ ਵੈਕਸੀਨ ਦਿੱਤਾ ਜਾਵੇ ਤਾਂ ਕਿ ਹਾਲਾਤ ਜਲਦ ਤੋਂ ਪਟੜੀ ਦੇ ਉੱਪਰ ਵਾਪਸ ਆ ਜਾਣ। ਖਬਰ ਜਾਰਜੀਆ ਤੋਂ ਸਾਹਮਣੇ ਆਈ, ਜਿੱਥੇ ਇੱਕ ਫੂਡ ਪਲਾਂਟ ਦੇ ਵਿੱਚ ਗੈਸ ਲੀਕ ਹੋ ਗਈ, ਜਿਸ ਦੇ ਕਾਰਨ 5 ਲੋਕਾਂ ਦੀ ਜਾਨ ਚਲੀ ਗਈ ਹੈ।
ਅਜੇ ਕੁਝ ਜ਼ਖਮੀ ਵੀ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ ਤੇ ਕੁਝ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਜੋ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ 4 ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋ ਗਈ, ਪਰ ਇੱਕ ਅਜਿਹਾ ਕਰਮਚਾਰੀ ਸੀ ਉੱਥੇ ਕੰਮ ਕਰਨ ਵਾਲਾ ਜੋ ਇਸ ਹਾਦਸੇ ਦਾ ਸ਼ਿਕਾਰ ਹੋਇਆ। ਹਸਪਤਾਲ ਵਿੱਚ ਜਾ ਕੇ ਉਸਨੇ ਦਮ ਤੋੜ ਦਿੱਤਾ। ਖਬਰ ਜਾਰਜੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਫੂਡ ਪਲਾਂਟ ਦੇ ਵਿੱਚ ਹਾਦਸਾ ਵਾਪਰਿਆ ਜਿਸ ਦੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਦਰਅਸਲ ਫੂਡ ਪਲਾਂਟ ਦੇ ਵਿੱਚ ਨਾਈਟ੍ਰੋਜਨ ਗੈਸ ਲੀਕ ਹੋ ਗਈ, ਜਿਸ ਦੇ ਕਾਰਨ ਲੋਕਾਂ ਦੀ ਜਾਨ ਚਲੀ ਗਈ। ਜੋ 6 ਵਿਅਕਤੀਆਂ ਦੀ ਇਸ ਹਾਦਸੇ ਦੌਰਾਨ ਜਾਨ ਗਈ ਹੈ ਉਹ ਇੱਥੇ ਕੰਮ ਕਰਨ ਵਾਲੇ ਕਰਮਚਾਰੀ ਦੱਸੇ ਜਾ ਰਹੇ ਹਨ ਅਤੇ ਲਗਭਗ 1 ਦਰਜਨ ਦੇ ਕਰੀਬ ਹੋਰ ਇੱਥੇ ਕੰਮ ਕਰਨ ਵਾਲੇ ਜ਼ਖਮੀ ਵੀ ਹੋਏ ਹਨ। ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਗੈਨਿਸਵਿਲੇ ਦੇ ਫਾਊਂਡੇਸ਼ਨ ਫੂਡ ਗਰੁੱਪ ਦੇ ਵਿੱਚ ਸਵੇਰੇ 10 ਵਜੇ ਦੇ ਕਰੀਬ ਹਾਦਸਾ ਵਾਪਰਿਆ, ਜਿਸ ਦੇ ਵਿੱਚ ਗੈਸ ਲੀਕ ਹੋਈ ਅਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਦਿਆਂ ਇਮਾਰਤ ਨੂੰ ਜਾਣੀ ਕਿ ਬਿਲਡਿੰਗ ਨੂੰ ਖਾਲੀ ਕਰਵਾਇਆ ਗਿਆ। ਸੁਰੱਖਿਆ ਕਾਰਨਾਂ ਕਰਕੇ ਨੇੜੇ ਦੀਆਂ ਸੜਕਾਂ ਨੂੰ ਬੰਦ ਕਰਨ ਦੇ ਨਾਲ ਹੀ ਘੱਟੋ-ਘੱਟ 130 ਲੋਕਾਂ ਨੂੰ ਡਾਕਟਰੀ ਜਾਂਚ ਦੇ ਲਈ ਸਕੂਲੀ ਬੱਸਾਂ ਅਤੇ ਨੇੜਲੀ ਚਰਚ ਦੇ ਵਿੱਚ ਲਿਜਾਇਆ ਗਿਆ, ਜਦਕਿ ਪੁਲਿਸ ਦੇ ਅਨੁਸਾਰ 12 ਲੋਕਾਂ ਨੂੰ ਹਸਪਤਾਲ ਦੇ ਵਿੱਚ ਵੀ ਭੇਜਿਆ ਗਿਆ। ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਹਾਦਸੇ ਦੇ ਦੌਰਾਨ 5 ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ, ਜਦਕਿ ਇੱਕ ਪੀੜਤ ਵਿਅਕਤੀ ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜਿਆ। ਇਸ ਤੋਂ ਇਲਾਵਾ ਹਸਪਤਾਲ ਦੇ ਵਿੱਚ ਭਰਤੀ ਬਾਕੀ 11 ਦੇ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਜ਼ਖਮੀ ਹੋਏ ਕੰਮ ਕਰਨ ਵਾਲੇ ਹਨ, ਇਹਨਾਂ ਵਿੱਚ 4 ਅੱਗ ਬੁਝਾਊ ਕਰਮਚਾਰੀ ਵੀ ਸ਼ਾਮਲ ਹਨ। ਇਸ ਫੂਡ ਪਲਾਂਟ ਦੇ ਵਿੱਚ ਗੈਸ ਲੀਕ ਦੇ ਮਾਮਲੇ ਵਿੱਚ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੇ ਕਾਰਨਾਂ ਦੇ ਬਾਰੇ ਪਤਾ ਲਗਾਇਆ ਜਾ ਸਕੇ। ਕਿਊਬੈਕ ਦੇ ਵਿੱਚ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਤਹਿਤ 95 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਮੀਗ੍ਰੇਸ਼ਨ ਲੈਵਲਸ ਪਲਾਨ ਜੋ ਨਵਾਂ ਐਲਾਨਿਆ ਗਿਆ ਉਸ ਦੇ ਤਹਿਤ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਦਾ ਸਵਾਗਤ ਕੀਤਾ ਜਾਵੇਗਾ। ਅਜਿਹੇ ਜੋ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਵੱਧ ਤੋਂ ਵੱਧ ਡਰਾਅ ਕੱਢੇ ਜਾਣਗੇ। ਕਿਊਬੈਕ ਨੇ 2021 ਦਾ ਪਹਿਲਾ ਐਰੀਮਾ ਡਰਾਅ ਐਲਾਨਿਆ ਹੈ। ਇਹ ਡਰਾਅ ਜਨਵਰੀ 26 ਨੂੰ ਕੱਢਿਆ ਗਿਆ। ਰੈਗੂਲਰ ਸਕਿਲਡ ਵਰਕਰਸ ਪ੍ਰੋਗਰਾਮ ਦੇ ਤਹਿਤ 95 ਇਮੀਗ੍ਰੈਂਟਸ ਨੂੰ ਸੱਦੇ ਜਾਰੀ ਕੀਤੇ ਗਏ। ਇਹ ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਜਿਨ੍ਹਾਂ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਅਰੀਮਾ ਦੇ ਵਿੱਚ ਪ੍ਰੋਫਾਈਲ ਸੀ। ਪਿਛਲੇ ਡਰਾਅ ਦੇ ਵਿੱਚ ਜੋ ਐਲਾਨਿਆ ਗਿਆ ਸੀ 2 ਕੈਟਾਗਰੀਜ਼ ਦੇ ਅਧੀਨ ਇਨਵੀਟੇਸ਼ਨ ਦਿੱਤੇ ਗਏ ਸਨ। ਪਹਿਲੀ ਕੈਟਾਗਰੀ ਦੇ ਵਿੱਚ ਉਮੀਦਵਾਰਾਂ ਦੇ ਕੋਲ ਵੈਲੀਡੇਟਡ ਜੌਬ ਆਫਰ ਦੀ ਜ਼ਰੂਰਤ ਸੀ, ਜਾਣੀ ਕਿ ਇਹ ਹੋਣਾ ਲਾਜ਼ਮੀ ਸੀ। ਦੱਸੀਏ ਕਿ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ EOI ਅਰੀਮਾ ਜ਼ਰੀਏ ਸਬਮਿਟ ਕਰਾਉਣੀ ਹੁੰਦੀ ਹੈ। ਅਰੀਮਾ ਦੀ ਸ਼ੁਰੂਆਤ 2018 ਦੇ ਵਿੱਚ ਹੋਈ ਸੀ। RSWP ਦੇ ਐਪਲੀਕੈਂਟਸ ਨੂੰ ਮੈਨੇਜ ਕਰਨ ਦੇ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਾਸਤੇ ਉਮੀਦਵਾਰ 18 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ। ਦੱਸੀਏ ਕਿ ਕੈਨੇਡਾ ਵੱਲੋਂ ਜੋ ਆਪਣਾ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਿਆ ਗਿਆ ਹੈ ਉਸ ਦੇ ਤਹਿਤ ਟੀਚਾ ਰੱਖਿਆ ਗਿਆ ਕਿ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ। ਵੱਖ-ਵੱਖ PNP ਅਤੇ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਜ਼ਿਆਦਾ ਡਰਾਅ ਐਲਾਨੇ ਜਾਣਗੇ ਤਾਂ ਕਿ ਜੋ ਟੀਚਾ ਮਿੱਥਿਆ ਗਿਆ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਗਮੀਤ ਸਿੰਘ ਦੇ ਭਰਾ ਬੋਲੇ ਕਿਸਾਨਾਂ ਦੇ ਹੱਕ ਦੇ ਵਿੱਚ। ਗੁਰਰਤਨ ਸਿੰਘ ਨੇ ਕਿਹਾ ਕਿ ਇਹ ਵੇਲਾ ਚੁੱਪ ਰਹਿਣ ਦਾ ਨਹੀਂ। ਦਿੱਲੀ ਦੇ ਵਿੱਚ ਹੋਈ ਹਿੰਸਾ ਦੇ ਖਿਲਾਫ ਕੈਨੇਡਾ ਦੇ ਵਿੱਚ ਰੈਲੀ। 1 ਫਰਵਰੀ ਨੂੰ ਕੀਤਾ ਜਾਵੇਗਾ ਪ੍ਰਦਰਸ਼ਨ। ਕੈਨੇਡਾ ਦੇ ਵਿੱਚ ਨੌਕਰੀਆਂ ਹਾਸਲ ਕਰਨ ਦਾ ਸੁਨਹਿਰੀ ਮੌਕਾ। ਜਾਣੋ ਕਿੱਥੇ ਹੈ ਕੰਮ ਕਰਨ ਵਾਲਿਆਂ ਦੀ ਜ਼ਰੂਰਤ। ਅਲਬਰਟਾ ਤੋਂ ਰਾਹਤ ਦੀ ਖਬਰ। ਮੁੜ ਖੁੱਲਣਗੇ ਰੈਸਟੋਰੈਂਟ ਅਤੇ ਜਿਮ। ਮੋਡਰਨਾ ਟੀਕੇ ਦੀ ਡਿਲੀਵਰੀ ਹੋਵੇਗੀ ਲੇਟ। 20 ਤੋਂ 25% ਦੀ ਕੈਨੇਡਾ ਦੇ ਲਈ ਕਟੌਤੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।